श्री गुरु ग्रंथ साहब महाराज जी के 328 पावन ਸਰੂਪਾਂ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਤੇ ਇਹਨੂੰ ਲੈ ਕੇ ਕੱਲ ਐਸਜੀਪੀਸੀ ਅਤੇ ਟਾਸਕ ਫੋਰਸ ਦੇ ਵਿਚਾਲੇ ਝੜਪਾਂ ਵੀ ਹੋਈਆਂ ਸੀ। ਲੇਕਿਨ ਅੱਜ ਕੀ ਹਾਲਾਤ ਨੇ, ਥੋੜੀ ਤਬਦੀਲੀ ਹੋਈ ਹੈ, ਲੇਕਿਨ बैरीकेडिंग अज भी लगी हुई है। तस्वीरें तुहानूं दिखा रहे हैं एसजीपीसी कार्यालय दी ने, तुसीं देख सकते हो कि इस जगह के उत्ते कल धरना जो लगाया गया सी ਸਿੰਘਾਂ ਵੱਲੋਂ, तो उस तो बाद इधर आन जान के रस्ते सारे बंद कर दिए गए थे। इस तो बाद बैरीकेडिंग कर दी गई थी। तो तुसीं देख सकते हो कि बैरीकेडिंग हाले भी मौजूद है, लेकिन संगत नूं आन जान की इजाजत दी जा रही है। तो उस तो बाद जिहड़ा धरना बिल्कुल दफ्तर के बाहर लगा सी, तो वो धरना हुण इधर तकरीबन 15 फुट की दूरी तक है, क्योंकि संगत नूं आन जान काफ़ी दिक्कत का सामना करना पैंदा सी। तो उस तो बाद एक फैसला जिहड़ा है अहुदेदारां अते श्रोमणी गुरुद्वारा प्रबंधक कमेटी के जिहड़े हैगे ने, तो उस तो बाद सिख संगतां वल्लों सांझे तौर पर लिता गया सी, ते जिहदे विच हुण जिहड़ा धरना है वो इस जगह ते पहुँच चुका है। लेकिन संगत जिहड़ी है सतनाम वाहिगुरू दा जाप करती हुई नज़र आ रही है। तुसीं वेख सकते हो कि बैनर जिहड़े हत्थ फड़े ने कि संगत की पुकार गुरु ग्रंथ साहब जी के दोषी होवे, गुरु घरां तो बाहर अहुदेदार शर्म करो डुब मरो, गुरु ग्रंथ साहिब के 328 ਸਰੂਪ कित्थे हन, संगतां नूं जवाब दिओ। गुरु साहिब के ਸਰੂਪਾਂ का जवाब जिहड़ा है श्रोमणी गुरुद्वारा प्रबंधक कमेटी पासों ही मंगिया जा रहा है। तो वेख सकते हो कि कई सिख बीबियां भी इत्थे मौजूद ने ते जिहड़ी गुरु नानक नाम लेवा संगत है वो सतनाम वाहिगुरू का जाप करके ही शांतमय तरीके दे नाल अपना रोज़ प्रदर्शन जिहड़ा है ਇੱਥੇ ਕੀਤਾ ਜਾ ਰਿਹਾ है। तो ਜਿਹੜਾ है संगत नाल ਅਸੀਂ ਗੱਲਬਾਤ ਕਰਾਂਗੇ। सब तो पहले जी वाहिगुरू जी का खालसा वाहिगुरू जी की फतेह। की कहना चाहते हो जी, की ਮੰਗ है ਤੁਹਾਡੀ ਤੇ ਜਿਹੜਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ? ਅੱਜ ਤੁਸੀਂ ਏਰੀਆ ਜ਼ਰੂਰ ਚੇਂਜ ਕੀਤਾ, ਲੇਕਿਨ ਸੰਘਰਸ਼ ਜਿਹੜਾ ਹੈ ਜਿਹਨੂੰ ਅਸੀਂ ਮੋਰਚਾ ਕਹਿ ਰਹੇ ਹਾਂ ਹਾਲੇ ਵੀ ਚੱਲ ਰਿਹਾ। ਹਾਂਜੀ, ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਘਰਸ਼ ਸਾਡਾ ਇਸੇ ਤਰ੍ਹਾਂ ਸਾਡੀ ਮੰਗ ਇਹੋ ਹੀ ਆ ਜੀ, ਜੋ ਕੱਲ ਪਰਸੋਂ ਤੋਂ ਜਿੱਦਣ ਤੋਂ ਮੋਰਚਾ ਲੱਗਾ, ਜਿੱਦਣ ਤੋਂ ਚੱਲ ਰਹੀ ਆ, ਕਿ ਜਿਹੜੇ ਵੀ ਇਸ ਚੀਜ਼ ਦੇ ਵਿੱਚ ਅਸਲ ਦੋਸ਼ੀ ਨੇ, ਜਿਹੜੇ ਵੀ ਇਸ ਚੀਜ਼ ਦੇ ਵਿੱਚ ਅਸਲ ਦੋਸ਼ੀ ਨੇ, ਉਹਨਾਂ 'ਤੇ ਫੌਜਦਾਰੀ ਮੁਕੱਦਮੇ ਹੋਣ, ਮੁਕੱਦਮੇ ਨਹੀਂ, ਉਹਨਾਂ ਨੂੰ ਸਜ਼ਾਵਾਂ ਵੀ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਇਹ ਕਿਸੇ ਦਾ ਨਿੱਜੀ ਕਾਰਜ ਨਹੀਂਗਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਤੇ ਅਸੀਂ ਹਰ ਇੱਕ ਚੀਜ਼ ਨੂੰ ਬਰਦਾਸ਼ਤ ਕਰ ਸਕਦੇ ਹਾਂ। ਕੋਈ ਸਾਨੂੰ ਚਪੇੜਾ ਮਾਰ ਲੇ, ਡਾਂਗਾ ਮਾਰ ਲੇ, ਅਸੀਂ ਬਰਦਾਸ਼ਤ ਕਰ ਸਕਦੇ ਹਾਂ, ਪਰ ਜੇ ਕੋਈ ਸਾਡੇ ਇਸ਼ਟ ਨੂੰ ਹੱਥ ਪਾਵੇ ਅਸੀਂ ਕਤਾ ਚਿੱਤ ਵੀ ਬਰਦਾਸ਼ਤ ਨਹੀਂ ਕਰਾਂਗੇ। ਪਰ ਸ਼੍ਰੋਮਣੀ ਕਮੇਟੀ ਵੱਲੋਂ ਇਹ ਆਖਿਆ ਗਿਆ ਕਿ ਅਸੀਂ ਕਾਰਵਾਈ ਕੀਤੀ ਹੈ, ਜਿਹੜੇ ਇਹਦੇ ਵਿੱਚ ਇਨਵੋਲਵ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਕੁਝ ਲੋਕਾਂ ਦੇ ਉੱਤੇ ਕਾਰਵਾਈ ਕੀਤੀ ਗਈ। ਇਹ ਤੇ ਜੀ ਗੁਰੂ ਰਾਮਦਾਸ ਪਾਤਸ਼ਾਹ ਹੀ ਜਾਣਦੇ ਨੇ, ਮਹਾਰਾਜ ਹੀ ਜਾਣਦੇ ਨੇ ਕਿ ਇਹਨਾਂ ਨੇ ਕੀ ਕਾਰਵਾਈ ਕੀਤੀ ਆ, ਕੀ ਇਹਨਾਂ ਦੇ ਅੰਦਰ ਦੀਆਂ ਗੱਲਾਂ ਨੇ। ਅਜੇ ਤੱਕ ਤੇ ਸਾਨੂੰ ਆਨੰਦਪੁਰ ਸਾਹਿਬ ਨੂੰ ਜਿਵੇਂ ਘੇਰਾ ਪਿਆ ਸੀ, ਸਾਨੂੰ ਉਹੀ ਫੀਲਿੰਗ ਆ ਰਹੀ ਆ ਕਿ ਇਸੇ ਤਰ੍ਹਾਂ ਹੀ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਸੀਗਾ। ਤੇ ਘੇਰਾ ਪਾ ਕੇ ਤੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਵੀ ਵਿਸ਼ਵਾਸ ਦਿਵਾਇਆ ਗਿਆ ਸੀਗਾ ਕਿ ਅਸੀਂ ਗਊ ਤੇ ਕਰਾਨ ਦੀਆਂ ਕਸਮਾਂ ਖਾ ਕੇ ਵੀ ਉਹਨਾਂ ਨੇ ਮਤਲਬ ਉਸ ਚੀਜ਼ ਨੂੰ ਨਹੀਂ ਰਾਤੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਦਰਵਾਜ਼ੇ ਖੋਲ੍ਹ ਦਿਆਂਗੇ, ਸੰਗਤ ਇੱਥੇ ਆ ਸਕਦੀ। ਅਜੇ ਤੱਕ ਤੁਸੀਂ ਵੇਖ ਰਹੇ ਹੋ ਟੀਨਾਂ ਲੱਗੀਆਂ ਨੇ, ਤੇ ਸਾਨੂੰ ਤੇ ਸਿਰਫ ਤੋਂ ਸਿਰਫ ਇੱਕ ਭਰੋਸਾ ਗੁਰੂ ਰਾਮਦਾਸ ਪਾਤਸ਼ਾਹ ਤੇ ਆ ਕਿ ਸਾਡੇ ਗੁਰੂ ਸਾਹਿਬ ਜ਼ਰੂਰ ਵਰਤਣਗੇ। ਕੱਲ੍ਹ ਜਿਸ ਤਰ੍ਹਾਂ ਜਿਹੜਾ ਹੈ ਲਾਠੀ ਚਾਰਜ ਵੀ ਕੀਤਾ ਗਿਆ, ਉਸ ਤੋਂ ਬਾਅਦ ਕੀ ਤੁਸੀਂ ਸਮਝਦੇ ਹੋ ਕਿ ਕਿਸ ਤਰ੍ਹਾਂ ਦਾ ਵਤੀਰਾ ਕਿ ਆਖਿਰਕਾਰ ਹੋਰ ਕਿਸੇ ਕੌਮ ਵੱਲੋਂ ਹੋਵੇ ਜਾਂ ਹੋਰ ਕਿਸੇ ਸੰਪਰਦਾ ਵੱਲੋਂ ਹੋਵੇ ਜਾਂ ਪੁਲਿਸ ਵੱਲੋਂ ਹੋਵੇ, ਤੇ ਅਸੀਂ ਮੰਨ ਸਕਦੇ ਹਾਂ ਕਿ ਇੱਕ ਬਦਲੇ ਦੀ ਭਾਵਨਾ ਹੈ, ਲੇਕਿਨ ਸਿੱਖ ਕੌਮ ਦੇ ਉੱਤੇ ਸਿੱਖ ਕੌਮ ਵੱਲੋਂ ਹੀ ਇਸ ਤਰੀਕੇ ਦਾ ਅਤਿਆਚਾਰ, ਕੀ ਕਹਿਣਾ ਚਾਹੋਗੇ? ਕੀ ਕਹਿ ਸਕਦੇ ਹਾਂ ਜੀ, ਸਾਨੂੰ ਤੇ ਸ਼ਰਮ ਨਾਲ ਸਾਡਾ ਕੱਲ੍ਹ ਵੀ ਸਿਰ ਝੁਕ ਗਿਆ ਸੀਗਾ ਕਿ ਦਸਤਾਰਾਂ ਅਸੀਂ ਵੀ ਸਜਾਈਆਂ ਹੋਈਆਂ ਤੇ ਦਸਤਾਰਾਂ ਇਹਨਾਂ ਨੇ ਵੀ ਸਜਾਈਆਂ ਹੋਈਆਂ, ਪਰ ਇਹਨਾਂ ਦੀ ਸੋਚ ਤੇ ਸਾਡੀ ਸੋਚ ਦੇ ਵਿੱਚ ਬੜਾ ਫਰਕ ਹੈ ਜੀ। ਹੁਣ ਤੁਸੀਂ ਅਗਲਾ ਸਟੈਪ ਕੀ ਹੈ ਜੀ, ਕਿ ਇਸ ਤਰ੍ਹਾਂ ਪ੍ਰਦਰਸ਼ਨ ਦੇ ਨਾਲ ਤੁਸੀਂ ਮੰਨਦੇ ਹੋ ਕਿ ਜਿਹੜਾ ਹੈ ਕਿ ਤੁਹਾਨੂੰ ਇਨਸਾਫ ਮਿਲ ਸਕੇ? ਅਸੀਂ ਜੀ ਸ਼ਾਂਤਮਈ ਤਰੀਕੇ ਦੇ ਨਾਲ, ਇਹ ਜੋ ਮਰਜ਼ੀ ਕਰਨ, ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਇਸ ਪ੍ਰੋਟੈਸਟ ਨੂੰ ਆਪਣੇ ਨੂੰ ਜਾਰੀ ਰੱਖਾਂਗੇ। ਜਿੰਨਾ ਚਿਰ ਤੱਕ ਇਹਨਾਂ ਨੂੰ ਸਜ਼ਾਵਾਂ ਨਹੀਂ ਹੁੰਦੀਆਂ ਉਹਨਾਂ ਚਿਰ ਤੱਕ ਅਸੀਂ ਇੱਥੇ ਬੈਠੇ ਹਾਂ। ਤਾਂ ਤੁਸੀਂ ਵੇਖ ਸਕਦੇ ਹੋ ਕਿ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਪ੍ਰੋਟੈਸਟ ਜਿਹੜਾ ਹੈ ਕੀਤਾ ਜਾ ਰਿਹਾ ਸਿੱਖ ਸੰਗਤ ਵੱਲੋਂ। ਸਾਡੇ ਨਾਲ ਹੋਰ ਵੀ ਜਿਹੜੇ ਮੌਜੂਦ ਨੇ ਪੰਥਕ ਆਗੂ, ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਆਖਿਰਕਾਰ ਕੀ ਕਹਿਣਾ ਚਾਹੁੰਦੇ ਨੇ। ਸਰ, ਸਭ ਤੋਂ ਪਹਿਲਾਂ ਤੇ ਅੱਜ ਜਿਹੜਾ ਧਰਨੇ ਦੀ ਜਿਹੜੀ ਰੂਪਰੇਖਾ ਨਵੀਂ ਹੋਈ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਮੈਂ ਕਹਿੰਦਾ ਸੀ ਹਜੇ ਇਹ ਸਵਾਲ ਕੁਝ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਕਰ ਲੈਂਦੇ ਤਾਂ ਠੀਕ ਸੀ। ਉਹ ਕਹਿੰਦੇ ਜੀ ਅਸੀਂ ਤਾਂ ਇਨਸਾਫ ਕਰਤਾ, ਹੁਣ ਸੰਗਤ ਨੂੰ ਮਨਜ਼ੂਰ ਨਹੀਂ ਹੈ, ਲੇਕਿਨ ਫਿਰ ਵੀ ਅਸੀਂ ਭਾਵਨਾਵਾਂ ਨੂੰ ਜ਼ਰੂਰ ਸਮਝਾਂਗੇ। ਬਹੁਤ ਚੁਸਤ ਨੇ ਜੀ ਇਹ। ਅਸੀਂ ਇਹਨਾਂ ਨੂੰ ਵੱਡਿਆਂ ਭਰਾਵਾਂ ਦਾ ਦਰਜਾ
ਦਿੰਨੇ ਸੀ, ਪਰੰਤੂ ਇਹ ਉਹ ਲੈਂਦੇ ਨਹੀਂ ਹੈਗੇ। ਵੱਡੇ ਭਰਾ ਦਾ ਫਰਜ਼ ਹੁੰਦਾ ਕਿ ਸੱਚ ਚਿੱਟੇ ਦੁੱਧ ਵਾਂਗੂ ਸੰਗਤ ਦੇ ਸਾਹਮਣੇ ਰੱਖੇ। ਪਰ ਤੁਹਾਡੀਆਂ ਉਹ 9 ਮੰਗਾਂ ਕਿਹੜੀਆਂ ਨੇ ਜਿਹੜੀਆਂ ਤੁਸੀਂ ਇਹਨਾਂ ਅੱਗੇ ਰੱਖੀਆਂ ਸੀ? ਚਾਹੁੰਦੇ ਕਿ ਸੰਗਤ ਜਿਹੜੀ ਹੈ ਤੁਸੀਂ ਰੱਖੀ ਹੈ ਤਾਂ ਸੰਗਤ ਵੀ ਜਾਣ ਸਕੇ ਜਿਹੜੀ ਦੂਰ ਦਰਾਜੇ ਬੈਠੀ ਹੈ ਕਿ ਕੀ ਹੈ ਉਹ ਮੰਗਾਂ। ਦੇਖੋ ਜੀ, 9 ਮੰਗਾਂ ਜਿਹੜੀਆਂ ਉਹ ਮੇਰੇ ਖਿਆਲ ਮੀਡੀਆ 'ਚ ਆਪਾਂ ਜਨਤਕ ਕੀਤੀਆਂ। ਤਾਂ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਤੇ ਉਹ ਮੰਗਾਂ ਦਿਖਾ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 328 ਪਾਵਨ ਸਰੂਪਾਂ ਦੀ ਪੜਤਾਲ ਵੀ ਭਾਵੇਂ ਦੋਸ਼ੀਆਂ ਤੇ ਮੁਕੱਦਮਾ ਦਰਜ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਸਰੂਪ ਕਿੰਨੇ ਅਤੇ ਕਿਸ ਨੂੰ ਦਿੱਤੇ? ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਛਪਣ ਤੇ ਸ਼੍ਰੋਮਣੀ ਕਮੇਟੀ ਦੇ ਦੇਸ਼ ਵਿਦੇਸ਼ਾਂ ਦੀਆਂ ਪ੍ਰੈਸਾਂ ਤੇ ਪੂਰਨ ਪਾਬੰਦੀ ਲੱਗੇ। ਪ੍ਰਾਈਵੇਟ ਪ੍ਰੈਸਾਂ ਤੇ ਛਪਦੇ ਗੁਟਕੇ ਸਾਹਿਬ, ਪੋਥੀ ਸਾਹਿਬ ਅਤੇ ਹੋਰ ਧਾਰਮਿਕ ਸਾਹਿਤ ਛਾਪਣ ਤੇ ਪਾਬੰਦੀ ਲੱਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਕਰਨ ਵਾਲੀ ਸੰਸਥਾਵਾਂ ਤੇ ਪਾਬੰਦੀ ਲੱਗੇ। ਕੈਨੇਡਾ ਵਿੱਚ 450 ਸਰੂਪ ਦੀ ਨਰਾਦਰੀ ਕਰਨ ਵਾਲੇ ਦੋਸ਼ੀ ਸੰਗਤ ਸਾਹਮਣੇ ਲਿਆਓ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੋਸ਼ੀ 36 ਬੰਦੇ ਪਰ ਕਾਰਵਾਈ 16 ਤੇ। 1000 ਪੰਨੇ ਵਾਲੀ ਰਿਪੋਰਟ ਜਨਤਕ ਕੀਤੀ ਜਾਵੇ ਤੇ ਪਿੰਡ ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਵੱਡੀ ਗਿਣਤੀ 'ਚ ਪਏ ਪਾਵਨ ਸਰੂਪ ਗੁਟਕੇ ਸਾਹਿਬ ਇਕੱਠੇ ਕੀਤੇ ਜਾਣ ਤੇ ਬੇਅਦਬੀ ਦੀਆਂ ਘਟਨਾਵਾਂ ਤੋਂ ਰੋਕਿਆ ਜਾਵੇ। ਤਾਂ ਇਹ ਜਿਹੜੀਆਂ 9 ਮੰਗਾਂ ਨੇ ਉਹਦਾ ਤੇ ਜਿਹੜਾ ਹੈ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਸੀ। ਪਰ ਸਰ ਕੀ ਸਮਝਦੇ ਹੋ ਹੁਣ ਕਿਸ ਤਰ੍ਹਾਂ ਹੈ? ਧਰਨਾ ਜ਼ਰੂਰ ਪਿੱਛੇ ਆ ਗਿਆ ਸਿੱਖ ਸੰਗਤ ਦੀ ਭਾਵਨਾਵਾਂ ਨੂੰ ਵੇਖਦੇ, ਕਿਉਂਕਿ ਸੰਗਤ ਨੂੰ ਤਕਲੀਫ ਹੋ ਰਹੀ ਸੀ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਵਾਸਤੇ। ਨਹੀਂ ਜੀ, ਇਦਾਂ ਦੀ ਵੀ ਪ੍ਰੋਬਲਮ ਚਲੋ ਪਹਿਲੇ ਇੱਕ ਦਿਨ 'ਚ ਹੈ ਸੀ ਕਿ ਸੰਗਤ ਦਾ ਇਕੱਠ ਵੱਧਦਾ ਸੀ ਤੇ ਥੋੜੀ ਬਹੁਤੀ ਮੁਸ਼ਕਲ ਸੀ, ਪਰੰਤੂ ਸਾਡੇ ਵੱਡੇ ਭਰਾਵਾਂ ਨੇ ਪਰਸੋਂ ਰੋਜ਼ ਤੋਂ ਅੱਧੀ ਰਾਤ ਚੋਰਾਂ ਵਾਲੀ ਭਾਂਤੀ ਦਰਬਾਰ ਸਾਹਿਬ ਦੇ ਰਸਤੇ ਬਲੌਕ, ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਦਾ ਬਲੌਕ, ਇਧਰਲੇ ਪਾਸੇ ਟੱਲ ਰਾਏ ਸਾਹਿਬ ਉਧਰੋਂ ਵੀ ਬਲੌਕ। ਮੇਰਾ ਖਿਆਲ ਤੁਸੀਂ ਵੇਖਿਆ ਹੋਣਾ, ਹੁਣ ਤੁਸੀਂ ਵੀ ਮੁਸੀਬਤ ਵਿੱਚੋਂ ਗੁਜ਼ਰ ਕੇ ਲੰਘ ਕੇ ਆਏ ਹੋਵੋਗੇ। ਸਾਨੂੰ ਤਾਂ ਕੱਲ ਦਾ ਜਿਹੜਾ ਤੁਹਾਡਾ ਸਹਿਯੋਗ ਮਿਲਦਾ ਸੀਗਾ, ਅੰਦਰ ਆ ਕੇ ਤੁਸੀਂ ਸਾਡੀ ਹੂਕ ਸੁਣਦੇ ਸੀ, ਸਾਡੀ ਉਹ ਹੂਕ ਵੀ ਬੰਦ ਹੋਈ ਸੀ। ਅਸੀਂ ਤੇ ਇੱਕ ਤਰ੍ਹਾਂ ਨਾਲ ਇਸ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਨਜ਼ਰਬੰਦ ਹੈਗੇ ਆ। ਸਬ ਜੇਲ੍ਹ ਦੀ ਤਰ੍ਹਾਂ ਅਸੀਂ ਜ਼ਿੰਦਗੀ ਬਤੀਤ ਕਰ ਰਹੇ ਹਾਂ ਇੱਥੇ। ਪਰੰਤੂ ਜਿਹੜੀ ਉਹਨਾਂ ਦਾ ਇੱਕ ਇਹ ਕਹਿਣਾ ਹੈਗਾ ਕਿ ਮੰਗਾਂ ਮੰਨ ਲਈਆਂ ਹੈਗੀਆਂ, ਜੇ ਉਹਨਾਂ ਨੇ ਮੰਗਾਂ ਮੰਨ ਲਈਆਂ ਹੈਗੀਆਂ ਤੇ ਫਿਰ ਸਾਡਾ ਇੱਥੇ ਬੈਠਣਾ ਜਿਹੜਾ ਉਹ ਬੇਫਜ਼ੂਲ ਹੋਇਆ ਨਾ। ਸਾਡਾ ਇੱਥੇ ਬੈਠਣਾ ਬੇਫਜ਼ੂਲ ਹੋਇਆ। ਜੇ ਮੰਗਾਂ ਉਹਨਾਂ ਨੇ ਮੈਂ ਕਿਹਾ ਹੈ ਕਿ ਹਾਂ ਤੁਹਾਡੀਆਂ ਮੰਗਾਂ ਜਾਇਜ਼ ਹਨ, ਪਰੰਤੂ ਜੇ ਮੰਨੀਆਂ ਹੋਣ ਤੇ ਉਹ ਆਪਣਾ ਲੈਟਰ ਜਾਰੀ ਕਰ ਸਕਦੇ ਨੇ ਕਿ ਕਿਹੜੀਆਂ ਮੰਨੀਆਂ ਨੇ। ਇਹ ਭਰੋਸਾ ਦਵਾਇਆ ਕਿ ਕਾਰਵਾਈ ਹੋਣੀ ਬਣਦੀ ਹੈ। ਜਦੋਂ ਕਹਿੰਦੇ ਸੀ ਕਿ ਅਸੀਂ ਆਪਣੇ ਆਪ 'ਚ ਸક્ષਮ ਹੈਗੇ ਆ, ਅਸੀਂ ਆਪ ਕਾਰਵਾਈ ਕਰਾਂਗੇ, ਪੁਲਿਸ ਕਾਰਵਾਈ ਦੀ ਲੋੜ ਨਹੀਂ ਹੈਗੀ। ਹੁਣ ਉਹਨਾਂ ਨੇ ਕਿਹਾ ਕਿ ਪੁਲਿਸ ਕਾਰਵਾਈ ਕਰਨ ਦੀ ਲੋੜ ਆ। ਉਹਦੇ ਲਈ ਕੰਪਲੇਂਟਾਂ ਦੇ ਉੱਤੇ ਦੇਖੋ, ਮੇਰਾ ਸਵਾਲ ਹੈ ਕਿ ਪੁਲਿਸ ਦੇ ਉੱਤੇ ਤੁਸੀਂ ਵਿਸ਼ਵਾਸ ਅੱਜ ਬਹੁਤ ਜ਼ਿਆਦਾ ਜਤਾ ਰਹੇ ਹੋ। ਜਿਸ ਪੁਲਿਸ ਕੋ ਪਹਿਲੇ ਵੀ ਸ਼ਿਕਾਇਤਾਂ ਜਾ ਚੁੱਕੀਆਂ ਤਾਂ ਤੁਸੀਂ ਪੁਲਿਸ ਕੋ ਕਿਵੇਂ ਉਮੀਦ ਕਰਦੇ ਹੋ ਕਿ ਤੁਹਾਨੂੰ ਇਨਸਾਫ ਮਿਲੇਗਾ? ਕਿਉਂਕਿ ਆਲਰੇਡੀ ਪੁਲਿਸ ਕੋ ਸ਼ਿਕਾਇਤਾਂ ਜਾ ਚੁੱਕੀਆਂ, ਭਾਈ ਬਲਵਿੰਦਰ ਸਿੰਘ ਬੈਂਸ ਵੱਲੋਂ ਦਿੱਤੀ ਜਾ ਚੁੱਕੀ ਸ਼ਿਕਾਇਤ ਹੈ, ਐਸਜੀਪੀਸੀ ਦੇ ਮੌਜੂਦਾ ਮੈਂਬਰ ਨੇ, ਤਾਂ ਫਿਰ ਪੁਲਿਸ ਨੇ ਤਾਂ ਉਦੋਂ ਵੀ ਕੋਈ ਕਾਰਵਾਈ ਨਹੀਂ ਕੀਤੀ। ਦੇਖੋ ਜੀ, ਜਿਹੜੀ ਕਾਰਵਾਈ ਆ ਉਹ ਸਾਡੇ ਦੇਸ਼ ਦੇ ਲਾਅ ਅਨੁਸਾਰ ਉਹਨਾਂ ਨੇ ਹੀ ਕਰਨੀ ਆ, ਪੁਲਿਸ ਨਹੀਂ। ਉਹਨਾਂ ਦਾ ਫਰਜ਼ ਬਣਦਾ ਆ। ਤੇ ਜੇ ਪੁਲਿਸ ਕੋਲ ਅੱਗੇ ਇੰਨੀਆਂ ਦਰਖਾਸ਼ਾਂ ਜਾ ਚੁੱਕੀਆਂ ਆ, ਉਹ ਨਹੀਂ ਕਰਦੇ ਤੇ ਇਹ ਪੁਲਿਸ ਨੂੰ ਸਥਿਤੀ ਸਪਸ਼ਟ ਕਰਨੀ ਪੈਣੀ ਆ। ਪਰੰਤੂ ਉਹਦੇ ਵਿੱਚ ਇੱਕ ਕਾਨੂੰਨੀ ਨੁਕਤਾ ਹੈਗਾ ਕਿ ਐਵੀਡੈਂਸ ਦੇਣਾ ਹੁੰਦਾ ਆ। ਤੇ ਐਵੀਡੈਂਸ ਜਿਹੜੀ ਇਹਦੇ ਵਿੱਚ ਲਿਖੀ ਹੋਈ ਹੈ 1000 ਸਫ਼ੇ ਦੀ ਰਿਪੋਰਟ, ਜੇ ਤੁਸੀਂ ਮੀਡੀਆ ਵਾਲਿਆਂ ਨੇ ਕਿਤੇ ਜਨਤਕ ਹੋਈ ਆ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਸਾਨੂੰ ਵੀ ਕਾਪੀ ਦੇ ਦਿਓ। ਪਰ ਸਵਾਲ ਆ ਉਹ ਬੜੀ ਛੋਟੀ ਜੀ ਹੈ, ਪੂਰੇ 1000 ਪੰਨਿਆਂ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ ਉਹਨਾਂ ਵੱਲੋਂ। ਹਾਂ, ਇਹ ਵੱਡਾ ਸਵਾਲ ਹੈ ਨਾ। ਪਰ ਹੁਣ ਤੁਹਾਡਾ ਸੰਘਰਸ਼ ਕਿੱਦਾਂ ਚੱਲੇਗਾ? ਆਪਾਂ ਹੁਣ ਇਕੱਲਾ ਮੋਰਚਾ ਲਾਉਣ ਨਾਲ ਕਿਆ ਇਹ ਸੰਘਰਸ਼ ਜਿਹੜਾ ਹੈ ਆਪਣੇ ਪੂਰੇ ਨਿਸ਼ਾਨੇ ਤੇ ਪੁੱਜੇਗਾ? ਬਿਲਕੁਲ ਜੀ, ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਬੈਠੇ ਹੋਏ ਹੈਗੇ ਆ। ਸਾਡੀ ਕੱਲ ਦੀ ਜਿਹੜੀ ਇਹਦੀ ਜਗ੍ਹਾ ਤੁਸੀਂ ਕਹਿੰਦੇ ਆ, ਤੁਸੀਂ ਮੈਂ ਤੁਹਾਡੇ ਕੈਮਰਾਮੈਨ ਨੂੰ ਕਹੂੰਗਾ ਕਿ ਜਗ੍ਹਾ ਵੀ ਦਿਖਾ ਦਿੱਤੀ ਆ ਨਾ। ਅੱਗੇ ਰੱਸੀਆਂ ਉਧਰੋਂ ਐ ਨੂੰ ਵਧੀਆਂ ਸੀ ਚਾਨਣੀ ਦੀਆਂ, ਹੁਣ ਚਾਨਣੀ ਦੀ ਰੱਸੀ ਉਧਰ ਨੂੰ ਵਧੀ ਆ। ਫਰਕ ਤਾਂ ਨਹੀਂ ਪਿਆ, ਅਸੀਂ ਤਾਂ ਉੱਥੇ ਬੈਠੇ ਆ ਤੇ ਮੰਗਾਂ ਵੀ ਸਾਡੀਆਂ ਉਹੀ ਨੇ। ਮੰਗਾਂ ਉਹੀ ਰਹਿਣਗੀਆਂ, ਬਿਲਕੁਲ ਉਹੀ ਨੇ।
ਆਖਰੀ ਮੰਗ ਜਿਹੜੀ ਮੇਨ ਮੰਗ ਆ ਦੋਸ਼ੀਆਂ ਤੇ ਪਰਚਾ ਜੀ ਉਹ ਹੁਣ ਸਰਕਾਰ ਕਰੇ, ਸ਼੍ਰੋਮਣੀ ਕਮੇਟੀ ਕਰਾਵੇ ਤੇ ਫਿਰ ਇਹ ਦੀਵਾਨ ਹਾਲ ਮੰਜੀ ਸਾਹਿਬ ਚ ਅਰਦਾਸ ਹੋਣੀ ਹੈ, ਫਿਰ ਗੱਲ ਬਣਨੀ ਹੈ। ਸ਼ੁਕਰੀਆ ਜੀ। ਤਾਂ ਇਹ ਸੀ ਜਿਹੜੇ ਸਿੱਖ ਸੰਗਤ ਜਿਹੜੀ ਹੈ ਅੱਜ ਇੱਥੇ ਪ੍ਰਦਰਸ਼ਨ ਕਰਦੀ ਪਈ ਤੇ ਉਹਨਾਂ ਵੱਲੋਂ ਆਖਿਆ ਗਿਆ ਹੈ ਕਿ ਉਹ ਚਾਹੁੰਦੇ ਨੇ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇ ਤੇ ਧਰਨਾ ਜਿਹੜਾ ਹੈ ਲਗਾਤਾਰ ਨਿਰੰਤਰ ਜਾਰੀ ਹੈ। ਤਾਂ ਪਹਿਲਾਂ ਐਸਜੀਪੀਸੀ ਦੇ ਬਿਲਕੁਲ ਦਫ਼ਤਰ ਦੇ ਗੇਟ ਦੇ ਬਾਹਰ ਸੀ ਤੇ ਹੁਣ ਥੋੜਾ ਪਿੱਛੇ ਕਰਤਾ ਗਿਆ ਤਾਂ ਕਿ ਸੰਗਤ ਨੂੰ ਆਉਣ ਜਾਣ 'ਚ ਦਿੱਕਤ ਹੋਵੇ, ਲੇਕਿਨ ਬੈਰੀਗੇਟਿੰਗ ਹਾਲੇ ਤੱਕ ਲੱਗੇ ਨੇ। ਲੇਕਿਨ ਫਿਲਹਾਲ ਉਹਨਾਂ ਨੇ ਆਖਿਆ ਕਿ ਜਿਹੜੀ ਉਹਨਾਂ ਦੀ 9 ਮੰਗਾਂ ਨੇ ਉਹ 9 ਮੰਗਾਂ ਜਦੋਂ ਤੱਕ ਪ੍ਰਵਾਨ ਨਹੀਂ ਚੜ੍ਹਦੀਆਂ ਇਹ ਧਰਨਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਤੇ ਉਸ ਤੋਂ ਬਾਅਦ ਮੰਜੀ ਸਾਹਿਬ ਦੀਵਾਨ ਹਾਲ ਜਾ ਕੇ ਅਰਦਾਸ ਕੀਤੀ ਜਾਏਗੀ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ ਟੀਵੀ, ਅੰਮ੍ਰਿਤਸਰ।